हाँ जी, गुरु स्टडी पॉइंट ते आप जी का स्वागत है जी। चाइल्ड साइकोलॉजी के नाल संबंधित 28 नंबर लैक्चर लैके आए हैं जी। सो अज का लैक्चर है जोड़ा वो राष्ट्रीय सिक्ख्या नीतियों के नाल संबंधित है। ओल्ड जड़ियाँ हैगियां पुरानियां राष्ट्रीय सिक्ख्या नीतियाँ पेश हुई नेगियां भारत सरकार वालों। नोट करवा दईए, एक तो 2020 जी हुण लागू होनी है, भारत सरकार वालों लागू की जानी है सारिया स्टेटां दे विच नवीं सिक्ख्या नीति। ਜਿਹੜੀਆਂ ਇਸ ਤੋਂ ਪਹਿਲਾਂ ਸੀਗੀਆਂ ਸਾਰੀਆਂ 1968 ਦੇ ਵਿੱਚ 86 ਦੇ ਵਿੱਚ 1992 ਦੇ ਵਿੱਚ ਚੇਂਜ ਹੋਇਆ ਸੀ ਥੋੜ੍ਹਾ ਜਿਹਾ। ਇਹ ਸਾਰੀਆਂ ਗੱਲਾਂ ਬਾਤਾਂ ਬਾਰੇ ਆਪਾਂ ਅੱਜ ਦੇ ਪ੍ਰਸ਼ਨ ਲੈ ਕੇ ਆਏ ਹਾਂ। ਬਹੁਤ ਜ਼ਿਆਦਾ ਮਹੱਤਵਪੂਰਨ ਅੱਜ ਦਾ ਲੈਕਚਰ ਹੈਗਾ ਇਹ, ਧਿਆਨ 'ਚ ਰੱਖਿਓ। ਜਿਹੜੀ 2020 ਨਵੀਂ ਐਜੂਕੇਸ਼ਨ ਪਾਲਿਸੀ ਹੈਗੀ ਉਹ ਆਪਾਂ ਸਾਰੀ ਦਾ ਇੱਕ ਲੈਕਚਰ ਲੈ ਕੇ ਆਵਾਂਗੇ। ਇਹ ਪੁਰਾਣੀਆਂ ਦੇ ਨਾਲ ਸੰਬੰਧਿਤ ਹੈ। ਸੋ ਜੁੜੇ ਰਹੋ ਚੈਨਲ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਰਾਸ਼ਟਰੀ ਸਿੱਖਿਆ ਨੀਤੀ ਦੇ ਦਾਇਰੇ ਵਿੱਚ ਕਿਹੜਾ ਸਿੱਖਿਆ ਪੱਧਰ ਆਉਂਦਾ ਹੈ? ਐਲੀਮੈਂਟਰੀ ਸਿੱਖਿਆ ਤੋਂ ਲੈ ਕੇ ਗ੍ਰਾਮੀਣ ਇਲਾਕਿਆਂ ਵਿੱਚ ਕਾਲਜ ਸਿੱਖਿਆ ਤੱਕ, ਸ਼ਹਿਰੀ ਸਿੱਖਿਆ ਐਲੀਮੈਂਟਰੀ ਪੱਧਰ ਤੱਕ, ਪੇਂਡੂ ਅਤੇ ਸ਼ਹਿਰੀ ਭਾਰਤ ਦੋਵਾਂ ਹੀ ਇਲਾਕਿਆਂ ਵਿੱਚ ਐਲੀਮੈਂਟਰੀ ਸਿੱਖਿਆ ਤੋਂ ਲੈ ਕੇ ਸੈਕੰਡਰੀ ਸਿੱਖਿਆ ਤੱਕ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਆਪਸ਼ਨ ਨੰਬਰ 3 ਟਿਕ ਕਰੋ। ਪੇਂਡੂ ਅਤੇ ਸ਼ਹਿਰੀ ਦੋਵਾਂ ਹੀ ਇਲਾਕਿਆਂ ਵਿੱਚ ਐਲੀਮੈਂਟਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਤੱਕ, ਇਹ ਸਾਰਾ ਕੁਛ ਆ ਜਾਂਦਾ ਇਹਨਾਂ ਦੇ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ ਦਾਇਰੇ ਦੇ ਵਿੱਚ ਜੀ। ਸੋ ਆਪਸ਼ਨ ਨੰਬਰ 3 ਸਹੀ ਸੀਗਾ। ਅਗਲਾ ਪ੍ਰਸ਼ਨ ਜੀ 2 ਨੰਬਰ, ਪਹਿਲੀ ਸਿੱਖਿਆ ਨੀਤੀ ਇੰਦਰਾ ਗਾਂਧੀ ਸਰਕਾਰ ਦੁਆਰਾ ਕਿਸ ਵਰ੍ਹੇ ਵਿੱਚ ਲਾਗੂ ਕੀਤੀ ਗਈ? ਕਿਸ ਸਾਲ ਕਹਿ ਸਕਦੇ ਹਾਂ, ਵਰ੍ਹੇ ਦਾ ਮਤਲਬ ਸਾਲ ਲਿਖਿਆ ਹੋਇਆ। ਪਹਿਲੀ ਸਿੱਖਿਆ ਨੀਤੀ ਇੰਦਰਾ ਗਾਂਧੀ ਦੀ ਉਦੋਂ ਸਰਕਾਰ ਸੀ, ਇਹ ਧਿਆਨ 'ਚ ਰੱਖਿਓ। ਸੋ ਕਿਹੜਾ ਸਮਾਂ ਸੀ? 1999, 1986, 1968 ਤੇ 1967 ਜੀ। ਸੋ ਇਹ ਆਪਸ਼ਨ ਨੰਬਰ 3 ਟਿਕ ਕਰਾਂਗੇ। 1968 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਪਹਿਲੀ ਸਿੱਖਿਆ ਨੀਤੀ ਜਿਹੜੀ ਹੈ ਜਾਰੀ ਕੀਤੀ ਸੀ। ਸੋ 3 ਨੰਬਰ ਆਪਸ਼ਨ ਸਹੀ ਹੈ ਜੀ। 3 ਨੰਬਰ ਪ੍ਰਸ਼ਨ ਪੜ੍ਹਦੇ ਹਾਂ। ਦੂਜੀ ਰਾਸ਼ਟਰੀ ਸਿੱਖਿਆ ਨੀਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਦੁਆਰਾ ਕਿਸ ਸਾਲ ਵਿੱਚ ਲਾਗੂ ਕੀਤੀ ਗਈ? ਸੋ ਜਿਹੜੀ ਦੂਸਰੀ ਸਿੱਖਿਆ ਨੀਤੀ ਸੀਗੀ ਉਸ ਸਮੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀਗੇ। ਕਿਹੜੇ ਸਮੇਂ ਦੇ ਵਿੱਚ? 1986 ਦੇ ਵਿੱਚ। ਆਪਸ਼ਨ ਨੰਬਰ 2 ਸਹੀ ਹੈ ਜੀ। ਪਹਿਲੀ ਹੋ ਗਈ 1968 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਦੇ ਸਮੇਂ, ਦੂਸਰੀ 1986 ਦੇ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਦੇ ਸਮੇਂ। ਸੋ ਅਗਲਾ ਪ੍ਰਸ਼ਨ ਜੀ 4 ਨੰਬਰ, ਹੇਠ ਲਿਖਿਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਕਰਨ ਲਈ ਦੇਸ਼ ਭਰ ਵਿੱਚ ਸਿੱਖਿਆ ਉੱਤੇ ਕੇਂਦਰੀ ਸਰਕਾਰ ਦੇ ਮਜ਼ਬੂਤ ਕੰਟਰੋਲ ਦੀ ਗੱਲ ਕੀਤੀ? ਸੋ ਹੇਠ ਲਿਖੀਆਂ ਆਪਸ਼ਨਾਂ ਦੇ ਵਿੱਚ ਮਹਾਨ ਇਨਸਾਨ ਜਿਹੜੇ ਭਾਰਤ ਦੇ ਹੋਏ ਆ ਉਹਨਾਂ ਦਾ ਨਾਂ ਲਿਖਿਆ। ਇਹਨਾਂ ਦੇ ਵਿੱਚੋਂ ਕਿਹੜੇ ਬੰਦੇ ਨੇ ਇਹ ਗੱਲ ਕਹੀ ਸੀ ਵੀ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਕਰਨੀ ਹੈ, ਉਹਦੇ ਵਿੱਚ ਕੇਂਦਰ ਸਰਕਾਰ ਦਾ ਮਜ਼ਬੂਤ ਕੰਟਰੋਲ ਹੋਣਾ ਚਾਹੀਦਾ, ਨਾ ਕਿ ਇਕੱਲੇ ਸਟੇਟਾਂ ਦਾ। ਸੋ ਕਿਹੜਾ ਬੰਦਾ ਸੀ ਇਹ? ਆਪਸ਼ਨ ਨੰਬਰ 2 ਮੌਲਾਨਾ ਅਬਦੁਲ ਕਲਾਮ ਆਜ਼ਾਦ। ਆਪਸ਼ਨ ਨੰਬਰ 2 ਸਹੀ ਹੈ ਜੀ। ਭਾਰਤ ਦੇ ਵਿਦਿਅਕ ਢਾਂਚੇ ਦਾ ਆਧੁਨਿਕੀਕਰਨ ਦੀਆਂ ਤਜਵੀਜ਼ਾਂ ਦਾ ਵਿਕਾਸ ਕਰਨ ਲਈ ਕੇਂਦਰੀ ਸਰਕਾਰ ਨੇ ਕਿਹੜਾ ਸਿੱਖਿਆ ਕਮਿਸ਼ਨ ਸਥਾਪਿਤ ਕੀਤਾ ਸੀ? ਸੋ ਇੱਕ ਸਿੱਖਿਆ ਕਮਿਸ਼ਨ ਆਇਆ ਸੀਗਾ ਵੀ ਵਿੱਦਿਆ ਦਾ ਢਾਂਚੇ ਦਾ ਜਿਹੜਾ ਆਧੁਨਿਕੀਕਰਨ ਕੀਤਾ ਜਾਵੇ। ਉਹ ਕਿਹੜਾ ਸੀ? ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ 1948 49, ਸੈਕੰਡਰੀ ਐਜੂਕੇਸ਼ਨ ਕਮਿਸ਼ਨ 1952 53, ਡਾਕਟਰ ਕੋਠਾਰੀ ਐਜੂਕੇਸ਼ਨ ਕਮਿਸ਼ਨ 1964 66 1 ਅਤੇ 2। ਸੋ ਇਹਨਾਂ ਦੇ ਵਿੱਚੋਂ ਕਿਹੜਾ ਐਜੂਕੇਸ਼ਨ ਕਮਿਸ਼ਨ ਸੀ ਜੀ? ਕਮਿਸ਼ਨ ਜਿਹਦੇ ਰਾਹੀਂ ਮਤਲਬ ਵਿੱਦਿਆ ਦੇ ਢਾਂਚੇ ਨੂੰ ਨਵੀਨੀਕਰਨ ਕੀਤਾ ਗਿਆ ਸੀਗਾ। ਸੋ 5 ਨੰਬਰ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 4 ਸਹੀ ਹੈ ਜੀ। 1 ਅਤੇ 2 ਐਜੂਕੇਸ਼ਨ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ 1948 49 ਦੇ ਵਿੱਚ ਆਇਆ ਸੀ, ਸੈਕੰਡਰੀ ਐਜੂਕੇਸ਼ਨ ਕਮਿਸ਼ਨ 1952 53 ਦੇ ਵਿੱਚ ਆਇਆ ਸੀ। ਸੋ 1 ਅਤੇ 2 ਆਪਸ਼ਨ ਨੰਬਰ 4 ਟਿਕ ਕਰਾਂਗੇ ਜੀ 5 ਨੰਬਰ ਪ੍ਰਸ਼ਨ ਦਾ। ਆਪਸ਼ਨ ਨੰਬਰ 4 ਟਿਕ ਕਰੋ। ਸੋ ਅਗਲਾ ਪ੍ਰਸ਼ਨ ਜੀ 6 ਨੰਬਰ, ਹੇਠ ਲਿਖਿਆਂ ਵਿੱਚੋਂ ਕਿਸ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਵਿਗਿਆਨ ਸਿੱਖਿਆ ਨੀਤੀ ਉੱਤੇ ਮਤਾ ਪਾਸ ਕੀਤਾ? ਸੋ ਕਿਹੜੇ ਪ੍ਰਧਾਨ ਮੰਤਰੀ ਦੀ ਸਰਕਾਰ ਸੀ ਜਿਹਨੇ ਵਿਗਿਆਨ ਸਿੱਖਿਆ ਨੀਤੀ ਉੱਤੇ ਮਤਾ ਪਾਸ ਕੀਤਾ ਸੀ? ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ, ਰਾਜੀਵ ਗਾਂਧੀ। ਸੋ ਇਹ ਸੀ ਜੀ ਜਵਾਹਰ ਲਾਲ ਨਹਿਰੂ ਦੀ ਸਰਕਾਰ। ਆਪਸ਼ਨ ਨੰਬਰ 1 ਸਹੀ ਹੈ ਜੀ। 7 ਨੰਬਰ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਖੁਦ ਮੁਖਤਿਆਰ ਸੰਸਥਾ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਿੱਖਿਆ ਨੀਤੀਆਂ ਘੜਨ ਵਿੱਚ ਸਲਾਹ ਮਸ਼ਵਰਾ ਦਿੰਦੀ ਹੈ? ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ। ਕਿਹੜੀ ਖੁਦ ਮੁਖਤਿਆਰ, ਮਤਲਬ ਖੁਦ ਮੁਖਤਿਆਰ ਹੈ ਉਹ, ਸੈਲਫ ਡਿਪੈਂਡਡ ਹੈਗੀ ਸੰਸਥਾ ਕੇਂਦਰਾਂ ਅਤੇ ਰਾਜ ਸਰਕਾਰਾਂ ਨੂੰ ਸਿੱਖਿਆ ਦੇ ਸੰਬੰਧੀ ਨੀਤੀਆਂ ਘੜਨ ਵਿੱਚ ਸਲਾਹਾਂ ਦਿੰਦੀ ਰਹਿੰਦੀ ਆ।
NCERT है, NCTE है, CSIR, CBSE। सो ये ऑप्शन नंबर 1 टिक करांगे। NCERT है जिहड़ी ओह मतलब खुद मुख्तियार संस्था हैगी, केंद्र ते राज सरकारां नूं नीतियां घड़न संबंधी सलाह मशवरा दिंदी है, सिलेबस वगैरह जारी करदी है जी ये। सो अगला प्रश्न जी 8 नंबर, ਹੇਠ ਲਿਖਿਆਂ ਵਿੱਚੋਂ ਕਿਸ ਸਿੱਖਿਆ ਕਮਿਸ਼ਨ ਦੀ ਨੀਤੀ ਨੇ ਸਿੱਖਿਆ ਉੱਤੇ ਖਰਚ ਨੂੰ ਰਾਸ਼ਟਰੀ ਆਮਦਨ ਦੇ 6% ਤੱਕ ਵਧਾਉਣ ਉੱਤੇ ਜ਼ੋਰ ਦਿੱਤਾ। ਪਹਿਲਾਂ ਇਹ 4% ਹੁੰਦਾ ਸੀਗਾ, ਫਿਰ ਇਹ 6% ਕਰ ਦਿੱਤਾ। ਕਿਹਨੇ ਵਧਾਉਣ 'ਤੇ ਇਹ ਜ਼ੋਰ ਦਿੱਤਾ ਸੀਗਾ ਇਸ ਗੱਲ 'ਤੇ? ਉਹ ਕਿਹੜੀ ਆਪਸ਼ਨ ਸਹੀ ਹੈ? ਰਾਸ਼ਟਰੀ ਸਿੱਖਿਆ ਨੀਤੀ 1986, 1968, ਕੋਠਾਰੀ ਕਮਿਸ਼ਨ, ਸੈਕੰਡਰੀ ਕਮਿਸ਼ਨ, ਸਿੱਖਿਆ ਕਮਿਸ਼ਨ। ਸੋ ਕਿਹੜਾ ਸੀਗਾ ਜਿਹਦੇ ਵਿੱਚ ਇਹਨਾਂ ਨੇ 6% ਮਤਲਬ ਜਿਹੜਾ ਹੈਗਾ ਖਰਚਾ ਉਹ ਵਧਾ ਦੇਣਾ ਚਾਹੀਦਾ ਸੀ, ਲਾਉਣਾ ਸੀਗਾ ਉੱਤੇ ਸਿੱਖਿਆ ਉੱਤੇ? ਸੋ 8 ਨੰਬਰ ਦੇ ਅਨੁਸਾਰ ਆਪਸ਼ਨ ਨੰਬਰ 2 ਟਿਕ ਕਰਾਂਗੇ। ਰਾਸ਼ਟਰੀ ਸਿੱਖਿਆ ਨੀਤੀ 1968 ਸੀ ਜਿਹੜੀ, ਉਹਦੇ ਵਿੱਚ ਇਹ ਗੱਲਬਾਤ ਹੋਈ ਸੀ ਜੀ। ਸੋ ਅਗਲਾ ਪ੍ਰਸ਼ਨ 9 ਨੰਬਰ, ਕਿਸ ਸਿੱਖਿਆ ਕਮਿਸ਼ਨ ਦੀ ਰਿਪੋਰਟ ਅਤੇ ਸਿਫਾਰਸ਼ਾਂ ਨੇ ਇੰਦਰਾ ਗਾਂਧੀ ਸਰਕਾਰ ਦੁਆਰਾ ਪ੍ਰਥਮ ਰਾਸ਼ਟਰੀ ਸਿੱਖਿਆ ਨੀਤੀ 1968 ਦੇ ਐਲਾਨ ਦਾ ਆਧਾਰ ਤਿਆਰ ਕੀਤਾ ਗਿਆ ਸੀ? ਸੈਕੰਡਰੀ ਕਮਿਸ਼ਨ, ਕੋਠਾਰੀ ਕਮਿਸ਼ਨ 1964-66 ਦੇ ਵਿੱਚ ਆਇਆ ਸੀ, ਜਿਹੜਾ ਦਿਆਲ ਸਿੰਘ ਕੋਠਾਰੀ ਸੀ, ਜਿਹਦੇ ਚੇਅਰਮੈਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਕਮੇਟੀ, ਈਸ਼ਵਰ ਭਾਈ ਪਟੇਲ ਕਮੇਟੀ। ਸੋ ਇਹ ਪ੍ਰਸ਼ਨ ਤੁਸੀਂ ਸਮਝ ਗਏ ਹੋਵੋਗੇ। ਆਪਸ਼ਨ ਨੰਬਰ 2 ਟਿਕ ਕਰਾਂਗੇ ਜੀ 9 ਨੰਬਰ ਦਾ। ਕੋਠਾਰੀ ਕਮਿਸ਼ਨ ਆਇਆ ਸੀ 1964-66 ਦੇ ਵਿੱਚ, ਇਹਦੇ ਆਧਾਰ ਦੇ ਉੱਤੇ ਹੀ ਫਿਰ 1968 ਦੀ ਜਿਹੜੀ ਸਿੱਖਿਆ ਨੀਤੀ ਪਾਲਿਸੀ ਬਣੀ ਸੀ ਇੰਦਰਾ ਗਾਂਧੀ ਦੀ ਸਰਕਾਰ ਦੇ ਸਮੇਂ। ਸੋ ਅਗਲਾ ਪ੍ਰਸ਼ਨ ਜੀ, ਸੋ ਇੱਕ ਤੁਹਾਡੇ ਵਾਸਤੇ ਨੋਟ ਹੈ ਜੀ, PSTET 1 ਅਤੇ 2 ਦੇ ਤੁਸੀਂ ਨੋਟਸ ਪ੍ਰਾਪਤ ਕਰ ਸਕਦੇ ਹੋ। ਗਰੰਟੀ ਨਾਲ ਤੁਹਾਡਾ ਟੈਸਟ ਪਾਸ ਹੋਊਗਾ ਜੀ PSTET 1 ਦਾ 2 ਦਾ, ਜਿਹਦੇ ਦੇ ਵੀ ਤੁਸੀਂ ਨੋਟਸ ਲਓਗੇ 100% ਗਰੰਟੀ ਹੋਊਗੀ। ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਿਰਫ ਤੁਹਾਨੂੰ 700 ਰੁਪਈਆ ਪੇ ਕਰਨਾ ਹੋਊਗਾ ਜੀ। ਘਰੇ ਤੁਹਾਡੇ ਕੋਲੇ ਨੋਟਸ ਪਹੁੰਚ ਜਾਣਗੇ PDF ਫਾਈਲਾਂ ਦੇ ਰੂਪ ਵਿੱਚ। ਨੋਟਸ ਕਿੱਦਾਂ ਦੇ ਹੋਣਗੇ ਤੁਸੀਂ ਦੇਖ ਸਕਦੇ ਹੋ। ਇੱਥੇ ਆਪਾਂ PDF ਫਾਈਲਾਂ ਭੇਜਾਂਗੇ ਇਸ ਤਰ੍ਹਾਂ ਦੀਆਂ ਸਾਰੀਆਂ, ਜਿਹਦੇ ਵਿੱਚ ਚਾਈਲਡ ਸਾਈਕੋਲੋਜੀ ਦੀ ਹੋਊਗੀ ਸਾਰੀ, ਇੰਗਲਿਸ਼ ਪੈਡਾਗੋਗੀ, ਪੰਜਾਬੀ ਗ੍ਰਾਮਰ, ਪੰਜਾਬੀ ਪੈਡਾਗੋਗੀ, SST ਦੇ ਸਾਰੇ ਨੋਟਸ ਹੋਣਗੇ ਡਿਟੇਲ 'ਚ, ਅਤੇ ਨਾਲ ਤੁਹਾਨੂੰ SST ਦੇ MCQ ਮਿਲਣਗੇ 2 ਫਾਈਲਾਂ ਦੇ ਵਿੱਚ। ਲਗਭਗ ਇਹ ਤੁਹਾਡੇ ਕੋਲੇ 2000 ਪ੍ਰਸ਼ਨ ਪਹੁੰਚੂਗਾ, 2000 MCQ ਕਹਿ ਸਕਦੇ ਹਾਂ, 1 ਲਾਈਨਰ ਪ੍ਰਸ਼ਨ ਵੀ ਹੋਊਗਾ, ਅਤੇ ਨਾਲ ਤੁਹਾਨੂੰ CDP ਦੇ 1000 MCQ ਮਿਲੂਗਾ ਜੀ। CDP ਦਾ ਇਹ ਫਾਈਲ ਤੁਹਾਨੂੰ ਮਿਲੂਗੀ। ਸੋ ਇੱਥੋਂ ਤੁਸੀਂ ਡਿਟੇਲ ਦੇ ਵਿੱਚ ਤਿਆਰੀ ਕਰ ਸਕਦੇ ਹੋ। ਇਕੱਲੇ MCQ ਲੈਣੇ ਆ ਦੋਨਾਂ ਦੇ, SST ਅਤੇ CDP ਦੇ, ਤਾਂ ਤੁਹਾਨੂੰ ਸਿਰਫ 400 ਖਰਚਣਾ ਪਊਗਾ ਜੀ। ਅਤੇ ਜੇ ਇਕੱਲੇ CDP ਦੇ MCQ ਲੈਣੇ ਆ ਤਾਂ 200 ਰੁਪਏ ਦੀ ਫਾਈਲ ਆ। ਜੇ ਇਕੱਲੀ ਥਿਓਰੀ ਲੈਣੀ ਆ 600 ਰੁਪਏ ਦੀ ਆ। ਸਾਰਾ ਸੈੱਟ ਲੈਣਾ ਜੀ ਤਾਂ ਤੁਹਾਨੂੰ 700 ਰੁਪਏ ਦੇ ਵਿੱਚ ਇਹ ਪ੍ਰਾਪਤ ਹੋ ਜੂਗਾ। ਇਹ ਤੁਸੀਂ ਮੰਗਵਾ ਸਕਦੇ ਹੋ PDF ਫਾਈਲਾਂ। ਸਾਡੇ ਇਸ ਨੰਬਰ 'ਤੇ ਤੁਸੀਂ ਪੇਮੈਂਟ ਕਰਨੀ ਆ, ਗੂਗਲ ਪੇ ਕਰੋ, ਫੋਨਪੇ ਕਰੋ, Paytm ਕਰੋ, ਸਾਰੀ ਸਥਿਤੀ ਤੁਸੀਂ ਜਾਣਦੇ ਹੋ, ਸੰਪਰਕ ਕਰ ਸਕਦੇ ਹੋ। ਸੋ ਅਗਲਾ ਪ੍ਰਸ਼ਨ ਜੀ 10 ਨੰਬਰ, ਕਿਸ ਨੀਤੀ ਕਮਿਸ਼ਨ ਨੇ ਪ੍ਰਾਚੀਨ ਸੰਸਕ੍ਰਿਤ ਭਾਸ਼ਾ ਪੜ੍ਹਾਏ ਜਾਣ ਨੂੰ ਉਤਸ਼ਾਹਿਤ ਕੀਤਾ ਸੀ, ਕਿਉਂਕਿ ਇਸ ਨੂੰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦਾ ਲਾਜ਼ਮੀ ਅੰਗ ਸਮਝਿਆ ਜਾਂਦਾ ਹੈ? ਸੋ ਕਿਹੜੀ ਸਿੱਖਿਆ ਨੀਤੀ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਪ੍ਰਾਚੀਨ ਸੰਸਕ੍ਰਿਤ ਭਾਸ਼ਾ ਨੂੰ ਪੜ੍ਹਾਇਆ ਜਾਵੇ, ਉਤਸ਼ਾਹਿਤ ਕੀਤਾ ਜਾਵੇ, ਜਿਹਦੇ ਨਾਲ ਸਾਡਾ ਸੱਭਿਆਚਾਰ ਅਤੇ ਵਿਰਾਸਤ ਹੈ ਜਿਹੜੀ ਉਹ ਸਾਂਭੀ ਜਾਵੇ? ਇਹ ਕਿਹਨੇ ਗੱਲ ਕਹੀ ਸੀਗੀ? ਰਾਸ਼ਟਰੀ ਸਿੱਖਿਆ ਨੀਤੀ 1968 ਨੇ, ਰਾਸ਼ਟਰੀ ਸਿੱਖਿਆ ਨੀਤੀ 1986 ਨੇ, ਕੋਠਾਰੀ ਕਮਿਸ਼ਨ ਨੇ, ਸੈਕੰਡਰੀ ਸਿੱਖਿਆ ਕਮਿਸ਼ਨ ਨੇ। ਸੋ ਇਹ ਗੱਲਬਾਤ ਕੀਤੀ ਸੀ ਜੀ ਰਾਸ਼ਟਰੀ ਸਿੱਖਿਆ ਨੀਤੀ 1968 ਦੇ ਵਿੱਚ। ਆਪਸ਼ਨ ਨੰਬਰ 1 ਟਿਕ ਕਰੋ ਜੀ। 11 ਨੰਬਰ ਪ੍ਰਸ਼ਨ ਜੀ, ਹੇਠ ਲਿਖਿਆਂ ਵਿੱਚੋਂ ਕਿਸ ਨੇ ਪੇਂਡੂ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੱਦਾ ਦਿੱਤਾ ਸੀ? ਸੋ ਕਿਹੜੀ ਆਪਸ਼ਨ ਸਹੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਸੀ ਵੀ ਪੇਂਡੂ ਯੂਨੀਵਰਸਿਟੀਆਂ ਨੂੰ ਸਥਾਪਿਤ ਕੀਤਾ ਜਾਵੇ? ਸੋ ਆਪਸ਼ਨ ਨੰਬਰ 2 ਟਿਕ ਕਰਾਂਗੇ। 1986 ਦੇ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ 1986 ਦੇ ਵਿੱਚ ਆਈ ਸੀ। ਸੋ ਜਿਹੜੀ ਹੁਣ 2020 ਆਈ ਹੈ, 2020 ਦੇ ਵਿੱਚ ਨਵੀਂ ਸਿੱਖਿਆ ਨੀਤੀ ਆਈ ਹੈ, ਜਿਹੜੀ ਸਟੇਟਾਂ ਦੇ ਵਿੱਚ ਹਜੇ ਲਾਗੂ ਨਹੀਂ ਹੋਈ, ਪਰ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਲਾਗੂ ਕਰਨ ਦਾ। ਇਹਦੇ ਵਿੱਚ ਸਾਰਾ ਕੁਝ ਹੀ ਚੇਂਜ ਹੋ ਗਿਆ। ਇਹਨੂੰ ਪੜ੍ਹਨਾ ਅਤੀ ਜ਼ਰੂਰੀ ਹੈ। ਇਹਦਾ ਇੱਕ ਆਪਾਂ ਸਪੈਸ਼ਲ ਲੈਕਚਰ ਲੈ ਕੇ ਆਵਾਂਗੇ ਇਹਦੇ ਬਾਰੇ ਦੇ ਵਿੱਚ। ਸੋ ਆਪਸ਼ਨ ਨੰਬਰ 2 ਟਿਕ ਕਰ ਦਿਓ 11 ਨੰਬਰ ਪ੍ਰਸ਼ਨ ਦਾ। 12 ਨੰਬਰ ਪ੍ਰਸ਼ਨ ਪੜ੍ਹਦੇ ਹਾਂ ਜੀ। ਸਿੱਖਿਆ ਨੀਤੀ 1986 ਦੇ ਮੁਤਾਬਕ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਦੀ ਕਿੰਨੇ ਸਾਲ ਬਾਅਦ ਸਮੀਖਿਆ ਹੋਇਆ ਕਰੇਗੀ? ਸੋ ਜਿਹੜੀ ਸਿੱਖਿਆ ਨੀਤੀ 1986 'ਚ ਆਈ ਸੀ ਉਹਦੇ ਵਿੱਚ ਲਿਖਿਆ ਗਿਆ ਸੀ
ਵੀ ਸਿੱਖਿਆ ਦੇ ਜਿਹੜੇ ਪਹਿਲੂ ਹੁੰਦੇ ਨੇ ਉਹਨਾਂ ਦੀ ਸਮੀਖਿਆ ਕਰਿਆ ਕਰਾਂਗੇ, ਉਹਨਾਂ ਦੀ ਪੜਚੋਲ ਕਰਿਆ ਕਰਾਂਗੇ ਕਿੰਨੇ ਸਾਲਾਂ ਬਾਅਦ, 10 ਸਾਲਾਂ ਬਾਅਦ। ਆਪਸ਼ਨ ਨੰਬਰ 2 ਸਹੀ ਹੈ ਜੀ। 13 ਨੰਬਰ ਪ੍ਰਸ਼ਨ, ਵਿਦਿਆਰਥੀਆਂ ਨੂੰ ਉਤਪਾਦਕ ਅਤੇ ਆਤਮ ਨਿਰਭਰ ਬਣਾਉਣ ਦੇ ਮੌਕੇ ਉਪਲਬਧ ਕਰਵਾਉਣ ਲਈ ਰਾਸ਼ਟਰੀ ਸਿੱਖਿਆ ਨੀਤੀ 1986 ਨੇ ਹੇਠ ਲਿਖਿਆਂ ਵਿੱਚੋਂ ਕਿਹੜੀ ਸਿਫਾਰਿਸ਼ ਕੀਤੀ ਸੀ? 5 ਵਿਸ਼ੇ ਪੜ੍ਹਨੇ, ਸਾਇੰਸ ਵਿਸ਼ਾ ਪੜ੍ਹਨਾ, ਕੰਮ ਦਾ ਤਜਰਬਾ ਕਰਨਾ, ਸਮਾਜ ਸੇਵਾ। ਸੋ ਕਿਹੜੀ ਗੱਲ ਸਹੀ ਸੀ? ਰਾਸ਼ਟਰੀ ਸਿੱਖਿਆ ਨੀਤੀ 1986 ਦੇ ਵਿੱਚ ਇਹ ਗੱਲਬਾਤ ਕਰੀ ਗਈ ਸੀ ਵੀ ਆਤਮ ਨਿਰਭਰ ਬਣਾਉਣ ਦੇ ਮੌਕੇ ਪੈਦਾ ਹੋਣ। ਇਹ ਕਰੀ ਸੀ ਜੀ ਕੰਮ ਦਾ ਤਜਰਬਾ। ਆਪਸ਼ਨ ਨੰਬਰ 3 ਇਹ ਗੱਲ ਕਹੀ ਸੀ ਵੀ ਕੰਮ ਦਾ ਤਜਰਬਾ ਆਵੇ ਉਹਨਾਂ ਨੂੰ। 14 ਨੰਬਰ ਪ੍ਰਸ਼ਨ, ਆਪਰੇਸ਼ਨ ਬਲੈਕ ਬੋਰਡ ਯੋਜਨਾ ਹੇਠ ਲਿਖਿਆਂ ਵਿੱਚੋਂ, ਪ੍ਰਸ਼ਨ ਨੂੰ ਦੁਬਾਰੇ ਪੜ੍ਹਦੇ ਆ, ਸੌਰੀ। ਆਪਰੇਸ਼ਨ ਬਲੈਕ ਬੋਰਡ ਸੀ ਜਿਹੜਾ, ਉਹਦੀ ਯੋਜਨਾ ਦੇ ਰਾਹੀਂ ਹੇਠ ਲਿਖਿਆਂ ਵਿੱਚੋਂ ਕਿਸ ਕੰਮ ਨੂੰ ਅੱਗੇ ਵਧਾਉਣ ਲਈ ਲਾਂਚ ਕੀਤਾ ਗਿਆ ਸੀ? ਪੇਂਡੂ ਖੇਤਰ ਵਿੱਚ ਬੇਸਿਕ ਸਿੱਖਿਆ ਦੇਣੀ, ਸ਼ਹਿਰੀ ਇਲਾਕਿਆਂ ਵਿੱਚ ਸਿੱਖਿਆ ਦੇਣੀ, ਲੜਕੀਆਂ ਦੀ ਸਿੱਖਿਆ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਆਪਰੇਸ਼ਨ ਜਿਹੜਾ ਹੈਗਾ ਸੀਗਾ ਬਲੈਕ ਬੋਰਡ ਸੀ, ਉਹਦੇ ਵਿੱਚ ਇਹ ਗੱਲਬਾਤ ਕਰੀ ਸੀਗੀ ਵੀ ਪੇਂਡੂ ਖੇਤਰ ਵਿੱਚ ਬੇਸਿਕ ਸਿੱਖਿਆ ਜਾਂ ਬੇਸਿਕ ਸਹੂਲਤਾਂ ਦਿੱਤੀਆਂ ਜਾਣ। ਸੋ ਆਪਰੇਸ਼ਨ ਬਲੈਕ ਬੋਰਡ ਦਾ ਇਹੀ ਮਕਸਦ ਸੀਗਾ। 15 ਨੰਬਰ ਪ੍ਰਸ਼ਨ ਜੀ, ਅੱਜ ਦੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਆ। ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਸੀਗੀ ਇਹ। ਸੋ ਚਾਈਲਡ ਸਾਈਕੋਲੋਜੀ ਦੇ ਵਿੱਚ ਇੱਕ ਅੱਧਾ ਪ੍ਰਸ਼ਨ ਟੈਟ ਦੇ ਵਿੱਚ ਪੁੱਛਿਆ ਜਾਂਦਾ ਸਿੱਖਿਆ ਨੀਤੀਆਂ ਦੇ ਵਿੱਚੋਂ। ਸੋ ਆਖਰੀ ਪ੍ਰਸ਼ਨ ਹੈ ਜੀ, 1986 ਦੀ ਨੀਤੀ ਮੁਤਾਬਕ ਪੰਜਾਬ ਲਈ ਤ੍ਰੈ-ਭਾਸ਼ੀ ਮਤਲਬ 3 ਭਾਸ਼ੀ ਫਾਰਮੂਲਾ ਇਹਨਾਂ ਵਿੱਚੋਂ ਕਿਹੜਾ ਹੈ? ਹਿੰਦੀ ਪੰਜਾਬੀ ਉਰਦੂ, ਹਿੰਦੀ ਪੰਜਾਬੀ ਸੰਸਕ੍ਰਿਤ, ਪੰਜਾਬੀ ਹਿੰਦੀ ਅੰਗਰੇਜ਼ੀ, ਪੰਜਾਬੀ ਹਿੰਦੀ ਫਾਰਸੀ। 3 ਨੰਬਰ ਆਪਸ਼ਨ ਟਿਕ ਕਰ ਦਿਓ। ਆਪਣੇ ਪੰਜਾਬ ਦੇ ਵਿੱਚ ਪੰਜਾਬੀ ਹੈਗੀ ਹੋਈ ਹੈ ਲਾਜ਼ਮੀ, ਹਿੰਦੀ ਵੀ ਹੈਗੀ ਆ ਅਤੇ ਅੰਗਰੇਜ਼ੀ ਵੀ ਆ ਵੀ। ਇਹ 3 ਭਾਸ਼ਾਵਾਂ ਪੜ੍ਹਾਈਆਂ ਜਾਣੀਆਂ ਅਤੀ ਜ਼ਰੂਰੀ ਨੇ ਪੰਜਾਬ ਦੇ ਵਿੱਚ। 1986 ਦੀ ਵੀ ਇਹ ਨੀਤੀ ਸੀ। ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਹਿੰਦੀ ਵੀ ਹੋਵੇ, ਇੰਗਲਿਸ਼ ਵੀ ਹੋਵੇ ਅਤੇ ਉੱਥੋਂ ਦੀ ਮਾਤ ਭਾਸ਼ਾ ਹੋਵੇ। ਸੋ ਇਸ ਤਰ੍ਹਾਂ ਸੀਗਾ ਜੀ ਇਹ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ, ਨੋਟਸ ਜ਼ਰੂਰ ਪ੍ਰਾਪਤ ਕਰਿਓ। ਬਹੁਤ ਘੱਟ ਪੈਸਿਆਂ ਦੇ ਵਿੱਚ ਅਸੀਂ ਬਹੁਤ ਵੱਡੀ ਮਤਲਬ ਸਾਡੀ ਜਿਹੜੀ ਪ੍ਰਾਪਤੀ ਹੈਗੀ ਉਹ ਤੁਹਾਨੂੰ ਨੋਟਸ ਅਸੀਂ ਦੇ ਰਹੇ ਹਾਂ। ਪਿਛਲੇ ਸਾਲਾਂ ਦਾ ਰਿਜ਼ਲਟ ਸਾਡਾ 100% ਰਿਹਾ ਹੋਇਆ ਇਹਨਾਂ ਨੋਟਸਾਂ ਦੇ ਮੁਤਾਬਕ ਹੀ। ਸੋ ਜਿਹੜੇ ਇਹਦੇ ਵਿੱਚ ਸੁਧਾਰ ਕਰਨੇ ਸੀ ਇਸ ਸਮੇਂ ਦੇ ਲਈ ਉਹ ਕਰਕੇ ਆਪਾਂ ਤੁਹਾਨੂੰ ਉਪਲਬਧ ਕਰਵਾ ਰਹੇ ਹਾਂ। ਪ੍ਰਾਪਤ ਕਰ ਸਕਦੇ ਹੋ। 88 ਵਾਲੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 88 474 77 007। ਬਹੁਤ ਬਹੁਤ ਧੰਨਵਾਦ ਜੀ।